ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ HR ਪੰਜਾਬੀ ਕਹਾਣੀਆਂ ਤੇ। ਮੇਰਾ ਪਤੀ ਮੇਰੇ ਤੋਂ ਜ਼ਿਆਦਾ ਮੇਰੀ ਗੁਆਂਢਣ ਦੀ ਗੱਲ ਮੰਨਦਾ ਸੀ। ਇੱਕ ਦਿਨ ਮੇਰਾ ਪਤੀ ਮੈਨੂੰ ਘਰੋਂ ਕੱਢਣ ਲੱਗਾ ਤੇ ਮੇਰੀ ਗੁਆਂਢਣ ਆ ਗਈ ਤੇ ਮੇਰੇ ਪਤੀ ਨੂੰ ਕਹਿਣ ਲੱਗੀ ਕਿ ਇਹਨੂੰ ਕੁਝ ਦਿਨਾਂ ਦਾ ਟਾਈਮ ਦੇ ਦਿਓ ਤੇ ਮੇਰੇ ਪਤੀ ਨੇ ਮੇਰਾ ਹੱਥ ਉਸੇ ਵੇਲੇ ਹੀ ਛੱਡ ਦਿੱਤਾ ਤੇ ਮੈਨੂੰ ਮਨਾ ਕੇ ਘਰ ਦੇ ਅੰਦਰ ਲੈ ਆਏ। ਅਸਲ ਵਿੱਚ ਮੇਰੇ ਵਿਆਹ ਨੂੰ 7 ਸਾਲ ਹੋ ਗਏ ਸੀ ਤੇ ਮੈਨੂੰ ਕੋਈ ਬੱਚਾ ਨਹੀਂ ਸੀ ਹੋਇਆ। ਇਹੀ ਵਜ੍ਹਾ ਸੀ ਕਿ ਮੇਰੇ ਘਰ ਵਾਲਾ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਸੀ। ਫਿਰ ਇੱਕ ਦਿਨ ਮੇਰੀ ਗੁਆਂਢਣ ਨੇ ਆਪਣਾ ਬੱਚਾ ਮੇਰੀ ਝੋਲੀ ਪਾ ਦਿੱਤਾ ਤੇ ਕਹਿੰਦੀ ਇਹਨੂੰ ਆਪਣਾ ਬੱਚਾ ਸਮਝਣਾ। ਮੈਂ ਗੁਆਂਢਣ ਦੀ ਗੱਲ ਮੰਨ ਲਈ ਤੇ ਮੇਰਾ ਘਰ ਵਾਲਾ ਵੀ ਖੁਸ਼ ਹੋ ਗਿਆ। ਉਸੇ ਹੀ ਰਾਤ ਗੁਆਂਢਣ ਘਰ ਛੱਡ ਕੇ ਭੱਜ ਗਈ। ਮੈਨੂੰ ਬਹੁਤ ਹੈਰਾਨੀ ਹੋਈ, ਪਰ ਜਿੱਦਾਂ ਜਿੱਦਾਂ ਉਹ ਬੱਚਾ ਵੱਡਾ ਹੁੰਦਾ ਜਾ ਰਿਹਾ ਸੀ, ਮੇਰਾ ਡਰ ਕਾਰਨ ਬੁਰਾ ਹਾਲ ਸੀ, ਕਿਉਂਕਿ ਇਹ ਗੱਲ ਮੇਰੇ ਤੋਂ ਬਿਨਾਂ ਕੋਈ ਨਹੀਂ ਜਾਣਦਾ ਸੀ। ਇਹ ਉਹ ਬੱਚਾ ਸੀ। ਇੱਕ ਦਿਨ ਮੇਰਾ ਪਤੀ ਕਹਿੰਦਾ ਮੈਨੂੰ ਦੂਜਾ ਵਿਆਹ ਕਰਵਾ ਲੈਣਾ ਚਾਹੀਦਾ, ਕਿਉਂਕਿ ਤੂੰ ਤਾਂ ਜਾਣਦੀ ਆ ਕਿ ਮੈਂ ਪਿਛਲੇ 7 ਸਾਲਾਂ ਤੋਂ ਤੇਰੇ ਲਈ ਆਪਣੀ ਮੰਮੀ ਦੇ ਸਾਹਮਣੇ ਵੀ ਨਹੀਂ ਜਾਂਦਾ। ਮੰਮੀ ਮੇਰੇ ਨਾਲ ਤੇਰੇ ਕਰਕੇ ਬਹੁਤ ਗੁੱਸੇ ਆ। ਹੁਣ ਮੇਰੀ ਹਿੰਮਤ ਜਵਾਬ ਦੇਣ ਲੱਗੀ ਆ। ਹੁਣ ਮੈਂ ਮੰਮੀ ਦਾ ਸਾਹਮਣਾ ਨਹੀਂ ਕਰ ਸਕਦਾ, ਪਰ ਸੱਚ ਤਾਂ ਇਹ ਵੀ ਹੈ ਕਿ ਮੈਂ ਔਲਾਦ ਚਾਹੁੰਦਾ ਹਾਂ। ਮੈਨੂੰ ਆਪਣਾ ਸੁੰਨਾ ਘਰ ਚੰਗਾ ਨਹੀਂ ਲੱਗਦਾ। ਮੈਂ ਤੈਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਮੈਂ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਵੀ ਤੈਨੂੰ ਪਹਿਲਾਂ ਵਾਂਗੂ ਹੀ ਰੱਖੂੰਗਾ। ਤੂੰ ਇਸ ਘਰ ਦੀ ਮਾਲਕਣ ਹੀ ਰਹੇਂਗੀ। ਪਰ ਮੇਰਾ ਘਰ ਵਾਲਾ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੂਜਾ ਵਿਆਹ ਕਰਨ ਦੀ ਭੀਖ ਮੰਗ ਰਿਹਾ ਸੀ। ਮੈਂ ਤਾਂ ਇਹ ਸਭ ਕੁਝ ਸੁਣ ਕੇ ਹਿੰਮਤ ਹੀ ਹਾਰ ਗਈ। ਮੈਂ ਬੜੀ ਹਿੰਮਤ ਕਰਕੇ ਉਸ ਨੂੰ ਕਿਹਾ ਕਿ ਸਿੱਧੀ ਤਰ੍ਹਾਂ ਕਿਉਂ ਨਹੀਂ ਦੱਸਦੇ ਕਿ ਮੇਰੇ ਤੋਂ ਮਨ ਭਰ ਗਿਆ ਤੇ ਹੁਣ ਤੁਸੀਂ ਦੂਜੀ ਪਤਨੀ ਚਾਹੁੰਦੇ ਹੋ ਜੋ ਤੁਹਾਡੀ ਜ਼ਿੰਦਗੀ ਨੂੰ ਰੰਗੀਨ ਬਣਾ ਦੇਵੇ, ਕਿਉਂਕਿ ਸਾਥ ਨਿਭਾਉਣ ਵਾਲੇ ਤਾਂ ਸਾਥ ਨਿਭਾਉਂਦੇ ਹੀ ਆ। ਫਿਰ ਮੁਸੀਬਤ ਭਾਵੇਂ ਜਿੱਡੀ ਵੱਡੀ ਮਰਜ਼ੀ ਕਿਉਂ ਨਾ ਹੋਵੇ। ਮੈਂ ਬਹੁਤ ਦੁਖੀ ਹੋ ਗਈ ਸੀ। ਮੇਰੇ ਤੋਂ ਉੱਥੇ ਬੈਠਿਆ ਨਹੀਂ ਗਿਆ ਤੇ ਮੈਂ ਉੱਠ ਕੇ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ। ਮੇਰੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ। ਮੈਂ ਆਪਣੇ ਘਰ ਬੈਠੀ ਆਪਣੇ ਨਸੀਬ ਨੂੰ ਲੈ ਕੇ ਰੋ ਰਹੀ ਸੀ। ਜਦੋਂ ਗੁਆਂਢਣ ਨੇ ਮੈਨੂੰ ਛੱਤ 'ਤੇ ਰੋਂਦੇ ਹੋਏ ਦੇਖਿਆ ਤੇ ਉਹ ਮੇਰੇ ਕੋਲ ਆ ਗਈ ਤੇ ਬੋਲੀ, ਕੀ ਗੱਲ ਆ, ਤੂੰ ਇੱਦਾਂ ਕਿਉਂ ਰੋ ਰਹੀ ਆ? ਮੈਂ ਉਸ ਨੂੰ ਦੱਸਿਆ ਕਿ ਮੇਰੇ ਪਤੀ ਨੇ ਦੂਜਾ ਵਿਆਹ ਕਰਨ ਦੀ ਧਮਕੀ ਦਿੱਤੀ ਆ। ਉਹ ਕਹਿੰਦਾ ਕਿ ਤੂੰ ਬਾਂਝ ਐ ਤੇ ਤੂੰ ਮਾਂ ਨਹੀਂ ਬਣ ਸਕਦੀ। ਮੈਂ ਦੂਜਾ ਵਿਆਹ ਕਰਵਾ ਲਊਂਗਾ। ਮੇਰੀ ਗੁਆਂਢਣ ਬੋਲੀ ਕਿ ਭੈਣੇ ਤੂੰ ਪਰੇਸ਼ਾਨ ਨਾ ਹੋ, ਸਭ ਕੁਝ ਠੀਕ ਹੋ ਜਾਊਗਾ। ਉਸ ਦਾ ਨਾਮ ਸੁਮਨ ਸੀ। ਸੁਮਨ ਕਾਫੀ ਦੇਰ ਤੱਕ ਮੈਨੂੰ ਸਮਝਾਉਂਦੀ ਰਹੀ, ਪਰ ਮੇਰੇ ਦਿਲ ਦੀ ਬੇਚੈਨੀ ਘੱਟ ਨਹੀਂ ਹੋਈ। ਉਦਾਸ ਮਨ ਨਾਲ ਮੈਂ ਜਾ ਕੇ ਬੈੱਡ 'ਤੇ ਪੈ ਗਈ। ਰੋਜ਼ ਮੇਰੀ ਸੱਸ ਮੇਰੇ ਪਤੀ ਨੂੰ ਦੂਜਾ ਵਿਆਹ ਕਰਵਾਉਣ ਲਈ ਤੰਗ ਕਰਦੀ। ਮੇਰਾ ਪਤੀ ਮੈਨੂੰ ਘਰੋਂ ਕੱਢ ਕੇ ਤਲਾਕ ਦੇਣ ਦੀ ਧਮਕੀ ਦਿੰਦਾ। ਇਹ ਤਾਂ ਭਲਾ ਹੋਵੇ ਸੁਮਨ ਦਾ, ਜਿਹੜੀ ਸਮੇਂ 'ਤੇ ਆ ਗਈ ਤੇ ਮੇਰੇ ਘਰ ਵਾਲੇ ਨੂੰ ਕਿਹਾ ਇਸ ਨੂੰ ਥੋੜਾ ਟਾਈਮ ਦਿੱਤਾ ਜਾਵੇ। ਜੇ ਹੁਣ ਇਸ ਨੇ ਕੋਈ ਖੁਸ਼ਖਬਰੀ ਨਾ ਸੁਣਾਈ ਤਾਂ ਇਸ ਨੂੰ ਘਰੋਂ ਕੱਢ ਦਿਓ। ਮੇਰਾ ਪਤੀ ਮੈਨੂੰ ਗੁਆਂਢਣ ਦੀ ਗੱਲ ਮੰਨ ਕੇ ਘਰੇ ਲੈ ਆਇਆ। ਮੈਂ ਬਹੁਤ ਹੈਰਾਨ ਸੀ ਕਿ ਗੁਆਂਢਣ ਦੀ ਗੱਲ ਇੰਨੀ ਛੇਤੀ ਕਿਉਂ ਮੰਨ ਲੈਂਦੇ ਸੀ। ਆਖਿਰ ਮੈਂ ਚੁੱਪ ਕਰ ਗਈ। ਸੁਮਨ ਸਾਡੇ ਗੁਆਂਢ 5 ਮਹੀਨੇ ਪਹਿਲਾਂ ਹੀ ਨਾਲ ਵਾਲੇ ਘਰ ਕਿਰਾਏ 'ਤੇ ਰਹਿਣ ਲਈ ਆਈ ਸੀ। ਉਹ ਬਹੁਤ ਹੀ ਚੰਗੀ ਤੇ ਦਿਆਲੂ ਸੀ। ਉਸਨੇ ਮੈਨੂੰ ਇੰਨਾ ਹੀ ਦੱਸਿਆ ਸੀ ਕਿ ਮੇਰਾ ਵਿਆਹ ਹੋਇਆ ਵਾ ਤੇ ਮੇਰੇ ਘਰ ਵਾਲਾ ਵਿਦੇਸ਼ ਵਿੱਚ ਰਹਿੰਦਾ। ਉਸਨੇ ਮੈਨੂੰ ਆਪਣੀ ਪ੍ਰੈਗਨੈਂਸੀ ਬਾਰੇ ਨਹੀਂ ਦੱਸਿਆ ਸੀ ਅਤੇ ਨਾ ਹੀ ਉਸਦੇ ਸਰੀਰ ਤੋਂ ਪਤਾ ਲੱਗਦਾ ਸੀ ਕਿ ਉਹ ਪ੍ਰੈਗਨੈਂਟ ਆ। ਇੱਕ ਦਿਨ ਅਚਾਨਕ ਸੁਮਨ ਨੇ ਮੈਨੂੰ ਦਾਈ ਬੁਲਾਉਣ ਲਈ ਕਿਹਾ। ਮੈਂ ਸੋਚਾਂ ਵਿੱਚ ਪੈ ਗਈ। ਮੈਂ ਉਸਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਮੈਂ ਦਾਈ ਦਾ ਇੰਤਜ਼ਾਮ ਕਿੱਥੋਂ ਕਰਾਂ। ਮੈਂ ਜਲਦੀ ਭੱਜ ਕੇ ਘਰ ਤੋਂ ਬਾਹਰ ਨਿਕਲੀ ਤੇ ਆਪਣੀ ਇੱਕ ਗੁਆਂਢਣ ਦੇ ਘਰ ਚਲੀ ਗਈ। ਚੰਗਾ ਹੋਇਆ ਉਹਦੇ ਕੋਲ ਦਾਈ ਦਾ ਨੰਬਰ ਸੀ। ਉਹਨੇ ਫੋਨ ਕਰਕੇ ਦਾਈ ਨੂੰ ਸੱਦ ਲਿਆ ਤੇ ਦਾਈ ਸੁਮਨ ਦੇ ਕਮਰੇ ਵਿੱਚ ਚਲੀ ਗਈ। ਮੈਂ ਬਾਹਰ ਬੈਠੀ ਉਹਦੇ ਲਈ ਪ੍ਰਾਰਥਨਾ ਕਰ ਰਹੀ ਸੀ। 1 ਘੰਟੇ ਬਾਅਦ ਦਾਈ ਕਮਰੇ ਵਿੱਚੋਂ ਬਾਹਰ ਆਈ ਤੇ ਉਹ ਬਹੁਤ ਖੁਸ਼ ਸੀ ਤੇ ਬੋਲੀ, ਸੁਮਨ ਨੇ ਇੱਕ ਕੁੜੀ ਨੂੰ ਜਨਮ ਦਿੱਤਾ। ਮੈਂ ਖੁਸ਼ੀ ਉਹ ਕੁੜੀ ਨੂੰ ਦੇਖਣ ਚਲੀ ਗਈ। ਬਹੁਤ ਹੀ ਪਿਆਰੀ ਬੱਚੀ ਸੀ। ਉਸੇ ਵੇਲੇ ਹੀ ਸੁਮਨ ਨੇ ਆਪਣੀ ਕੁੜੀ ਮੇਰੀ ਗੋਦੀ ਵਿੱਚ ਪਾ ਦਿੱਤੀ ਤੇ ਕਹਿੰਦੀ, ਭੈਣੇ ਅੱਜ ਤੋਂ ਇਸ ਨੂੰ ਆਪਣੀ ਕੁੜੀ ਸਮਝ ਤੇ ਆਪਣੇ ਪਤੀ ਦੀ ਗੋਦ ਵਿੱਚ ਪਾ ਦੇ ਤੇ ਉਸ ਨੂੰ ਦੱਸ ਦੇ ਕਿ ਤੂੰ ਇਸ ਨੂੰ ਗੋਦ ਲਿਆ
ਤੇ ਫਿਰ ਉਹ ਦੂਜਾ ਵਿਆਹ ਕਰਵਾਉਣ ਲਈ ਸੋਚੇਗਾ ਵੀ ਨਹੀਂ। ਤੇ ਫਿਰ ਉਹ ਬੋਲੀ, ਵੇਖ ਤੂੰ ਤੇ ਔਲਾਦ ਪੈਦਾ ਨਹੀਂ ਕਰ ਸਕਦੀ, ਪਰ ਮੇਰੇ ਕਹਿਣ ਤੇ ਤੇਰੇ ਘਰ ਵਾਲੇ ਨੇ ਤੈਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਨਾ। ਜੇ ਮੇਰੀ ਗੱਲ ਪੂਰੀ ਨਾ ਹੋਈ ਤਾਂ ਤੇਰੇ ਘਰ ਵਾਲੇ ਨੇ ਤੈਨੂੰ ਤਲਾਕ ਦੇ ਦੇਣਾ। ਮੈਂ ਤੇਰਾ ਘਰ ਉੱਜੜਦੇ ਹੋਏ ਨਹੀਂ ਦੇਖ ਸਕਦੀ। ਸੁਮਨ ਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਗਈ, ਪਰ ਮੈਂ ਕਿਹਾ, ਇਹ ਕਿੱਦਾਂ ਹੋ ਸਕਦਾ? ਤੇਰੇ ਪਤੀ ਨੇ ਤੈਨੂੰ ਇਸ ਬੱਚੀ ਦੇਣ ਤੋਂ ਰੋਕਿਆ ਨਹੀਂ। ਸੁਮਨ ਬੋਲੀ, ਤੂੰ ਇਸ ਗੱਲ ਦੀ ਫਿਕਰ ਨਾ ਕਰ, ਮੈਂ ਆਪਣੇ ਪਤੀ ਨੂੰ ਕਹਿ ਦੇਵਾਂਗੀ ਕਿ ਬੱਚੀ ਪੈਦਾ ਹੁੰਦੇ ਹੀ ਮਰ ਗਈ। ਮੈਂ ਕਿਹਾ, ਸੁਮਨ ਤੂੰ ਮੇਰੇ ਕਰਕੇ ਇੰਨਾ ਵੱਡਾ ਝੂਠ ਕਿਵੇਂ ਬੋਲ ਸਕਦੀ ਆ? ਸੁਮਨ ਨੇ ਮੇਰੇ ਹੱਥਾਂ 'ਤੇ ਹੱਥ ਰੱਖ ਦਿੱਤਾ ਤੇ ਬੋਲੀ, ਤੂੰ ਕਿਉਂ ਇੰਨੀ ਫਿਕਰ ਕਰਦੀ ਆ? ਦਰਅਸਲ ਗੱਲ ਇਹ ਆ ਕਿ ਮੈਂ ਹਜੇ ਬੱਚੇ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਆ। ਖੁਦ ਤਾਂ ਮੇਰਾ ਘਰ ਵਾਲਾ ਵਿਦੇਸ਼ ਚਲਾ ਗਿਆ, ਮੈਂ ਕਿਉਂ ਉਸਦੇ ਕਰਕੇ ਆਪਣੇ ਆਪ ਨੂੰ ਇੰਨੀ ਪਰੇਸ਼ਾਨੀ ਵਿੱਚ ਪਾਵਾਂ? ਪਰ ਮੈਨੂੰ ਲੱਗਦਾ ਸੀ ਕਿ ਸੁਮਨ ਮੈਨੂੰ ਝੂਠ ਬੋਲਦੀ ਆ। ਉਹ ਜਾਣ ਬੁੱਝ ਕੇ ਇਸ ਕੁੜੀ ਤੋਂ ਜਾਨ ਛਡਾਉਣਾ ਚਾਹੁੰਦੀ ਆ। ਖੈਰ ਮੈਂ ਵੀ ਉਸ ਕੁੜੀ ਨੂੰ ਖੁਸ਼ੀ-ਖੁਸ਼ੀ ਲੈ ਲਿਆ। ਜੇ ਉਸ ਨੂੰ ਕਦਰ ਨਹੀਂ ਸੀ ਤਾਂ ਕੀ ਹੋਇਆ? ਮੇਰੀ ਮਮਤਾ ਤਾਂ ਪਿਆਸੀ ਸੀ। ਉਹ ਬੱਚੀ ਨੂੰ ਦੇਖ ਕੇ ਮੇਰੀ ਮਮਤਾ ਜਾਗ ਉੱਠੀ। ਮੈਂ ਉਸ ਬੱਚੇ ਨੂੰ ਗੋਦੀ ਵਿੱਚ ਪਾ ਕੇ ਆਪਣੇ ਘਰ ਲੈ ਆਈ ਤੇ ਆਪਣੇ ਪਤੀ ਨੂੰ ਕਹਿਣ ਲੱਗੀ, ਦੇਖੋ ਆਪਣੀ ਕੁੜੀ। ਮੇਰੀ ਗੱਲ ਸੁਣ ਕੇ ਉਹ ਬਹੁਤ ਹੈਰਾਨ ਹੋਇਆ। ਮੈਂ ਉਸ ਨੂੰ ਸੁਮਨ ਦੀ ਸਾਰੀ ਗੱਲ ਦੱਸੀ। ਉਹ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ, ਬਹੁਤ-ਬਹੁਤ ਮੁਬਾਰਕਾਂ ਕਵਿਤਾ, ਤੂੰ ਮਾਂ ਬਣ ਗਈ ਤੇ ਮੈਂ ਪਿਓ ਬਣ ਗਿਆ। ਰੱਬ ਦੀ ਕਿਰਪਾ, ਉਹਨੇ ਮੈਨੂੰ ਬੱਚਾ ਦੇ ਦਿੱਤਾ। ਹੁਣ ਮੈਨੂੰ ਦੂਜਾ ਵਿਆਹ ਕਰਵਾਉਣ ਦੀ ਕੋਈ ਲੋੜ ਨਹੀਂ। ਉਸ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ। ਮੇਰਾ ਘਰ ਉਜੜਨ ਤੋਂ ਬਚ ਗਿਆ ਸੀ। ਮੈਂ ਉਸ ਦੇ ਲਈ ਡੱਬੇ ਵਾਲਾ ਦੁੱਧ ਮੰਗਾ ਲਿਆ ਤੇ ਮੇਰਾ ਪਤੀ ਵੀ ਭੱਜ-ਭੱਜ ਕੇ ਕੰਮ ਕਰ ਰਿਹਾ ਸੀ। ਰਾਤ ਹੋਈ ਤਾਂ ਉਹ ਬੱਚੀ ਰੋਣ ਲੱਗੀ। ਮੈਂ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰਾ ਪਤੀ ਵੀ ਨਾਲ ਹੀ ਸੀ। ਇਸੇ ਤਰ੍ਹਾਂ 2 ਘੰਟੇ ਲੰਘ ਗਏ ਤੇ ਮੇਰਾ ਪਤੀ ਬੋਲਿਆ, ਤੂੰ ਇਸ ਨੂੰ ਇਸ ਦੀ ਮਾਂ ਕੋਲ ਛੱਡ ਆ। ਉਸੇ ਵੇਲੇ ਮੈਂ ਉਸ ਦੇ ਵੱਲ ਗੁੱਸੇ ਨਾਲ ਦੇਖਿਆ ਤੇ ਕਿਹਾ, ਤੁਸੀਂ ਇੱਕ ਰਾਤ ਵਿੱਚ ਹੀ ਬੱਚੀ ਤੋਂ ਤੰਗ ਆ ਗਏ। ਮੈਨੂੰ ਕਹਿੰਦੇ ਹੋ ਕਿ ਮੈਂ ਬੱਚੀ ਨੂੰ ਉਹਦੀ ਮਾਂ ਕੋਲ ਛੱਡ ਆਵਾਂ। ਉਹ ਕਹਿਣ ਲੱਗਿਆ, ਮੇਰਾ ਮਤਲਬ ਇਹ ਨਹੀਂ ਸੀ। ਤੂੰ 10 ਕੁ ਮਿੰਟ ਉਹਦੇ ਕੋਲ ਲੈ ਜਾ ਤੇ ਇਹ ਸੌਂ ਜਾਊਗੀ। ਮੈਂ ਵੀ ਉਸ ਬੱਚੀ ਦੀ ਰੋਣ ਦੀ ਆਵਾਜ਼ ਨਾਲ ਘਬਰਾ ਗਈ ਸੀ। ਇਸ ਕਰਕੇ ਮੈਂ ਬੱਚੀ ਨੂੰ ਗੁਆਂਢੀਆਂ ਦੇ ਘਰੇ ਲੈ ਕੇ ਚਲੀ ਗਈ। ਘਰੇ ਜਾ ਕੇ ਮੈਂ ਉਸ ਦਾ ਕਮਰਾ ਦੇਖਿਆ ਤਾਂ ਕਮਰਾ ਖਾਲੀ ਸੀ। ਮੈਂ ਬੱਚੀ ਨੂੰ ਬੈੱਡ 'ਤੇ ਪਾਇਆ ਤੇ ਸਾਰੇ ਪਾਸੇ ਚੈੱਕ ਕੀਤਾ, ਪਰ ਉੱਥੇ ਕੋਈ ਨਹੀਂ ਸੀ। ਮੈਂ ਬਹੁਤ ਹੈਰਾਨ ਹੋਈ ਕਿ ਇੰਨੀ ਛੇਤੀ ਸੁਮਨ ਕਿੱਥੇ ਜਾ ਸਕਦੀ ਆ। ਇੰਨੇ ਨੂੰ ਮੇਰੀ ਨਜ਼ਰ ਇੱਕ ਸਾਈਡ ਟੇਬਲ 'ਤੇ ਪਈ। ਜਲਦੀ ਨਾਲ ਉਹ ਕਾਗਜ਼ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਲਿਖਿਆ ਹੋਇਆ ਸੀ, ਮੈਂ ਆਪਣੀ ਜ਼ਿੰਦਗੀ ਦਾ ਰਾਜ਼ ਦੱਸਣ ਲੱਗੀ ਆਂ। ਦਰਅਸਲ ਮੇਰੀ ਬੱਚੀ ਨਜਾਇਜ਼ ਆ। ਮੇਰੇ ਪਤੀ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੇਰੇ ਪੇਟ ਵਿੱਚ ਬੱਚਾ ਪਲ ਰਿਹਾ। ਜੇ ਉਸ ਨੂੰ ਇਸ ਗੱਲ ਬਾਰੇ ਪਤਾ ਲੱਗ ਜਾਂਦਾ ਤਾਂ ਉਹ ਉਸੇ ਵੇਲੇ ਮੈਨੂੰ ਤਲਾਕ ਦੇ ਦਿੰਦਾ। ਕਵਿਤਾ, ਇਹ ਖਤ ਮੈਂ ਤੇਰੇ ਲਈ ਲਿਖ ਰਹੀ ਆਂ। ਇਹ ਘਰ ਛੱਡ ਕੇ ਦੂਰ ਜਾ ਰਹੀ ਆਂ। ਮੇਰੀ ਬੱਚੀ ਜਦੋਂ ਵੱਡੀ ਹੋ ਗਈ ਤਾਂ ਤੈਨੂੰ ਉਸ ਦੇ ਬਾਅਦ ਇੱਕ ਹੋਰ ਰਾਜ਼ ਪਤਾ ਲੱਗੇਗਾ। ਤੈਨੂੰ ਮੇਰੇ ਕੋਲੋਂ ਬਹੁਤ ਸ਼ਿਕਾਇਤਾਂ ਹੋਣੀਆਂ। ਇਸ ਕਰਕੇ ਪਹਿਲਾਂ ਹੀ ਮੈਂ ਤੇਰੇ ਤੋਂ ਮਾफ़ੀ ਮੰਗਦੀ ਆਂ। ਮੈਂ ਖਤ ਪੜ੍ਹ ਕੇ ਹੈਰਾਨ ਹੋ ਗਈ। ਉਹ ਕਿੱਦਾਂ ਇੰਨਾ ਗਲਤ ਕੰਮ ਕਰ ਸਕਦੀ ਸੀ ਤੇ ਫਿਰ ਉਹ ਆਪਣੀ ਨਜਾਇਜ਼ ਔਲਾਦ ਮੇਰੀ ਗੋਦੀ ਵਿੱਚ ਪਾ ਗਈ। ਇਹ ਗੱਲ ਸੱਚ ਸੀ ਕਿ ਮੈਨੂੰ ਬੱਚੇ ਦੀ ਲੋੜ ਸੀ। ਮੈਂ ਤਾਂ ਕਦੋਂ ਦੀ ਆਪਣੇ ਘਰ ਵਾਲੇ ਨੂੰ ਕਹਿ ਰਹੀ ਸੀ ਕਿ ਆਪਾਂ ਬੱਚਾ ਗੋਦ ਲੈ ਲੈਂਦੇ ਆਂ, ਪਰ ਉਹਨੇ ਮੇਰੀ ਗੱਲ ਨਾਲ ਬੁਰਾ ਬਹੁਤ ਮਨਾਇਆ ਸੀ। ਉਸਨੇ ਕਿਹਾ ਸੀ ਕਿ ਆਪਾਂ ਇਹੋ ਜਿਹਾ ਬੱਚਾ ਨਹੀਂ ਲੈਣਾ ਜਿਸ ਦੇ ਪਿਤਾ ਦਾ ਪਤਾ ਨਾ ਹੋਵੇ। ਪਰ ਜਦੋਂ ਮੈਨੂੰ ਕੋਮਲ ਦੀ ਆਪਣੀ ਬੱਚੀ ਦਿੱਤੀ ਤਾਂ ਮੇਰੇ ਪਤੀ ਖੁਸ਼ ਹੋਏ ਸੀ। ਖੈਰ ਬੱਚੀ ਹੁਣ ਸੌਂ ਗਈ ਤੇ ਮੈਂ ਦੁਖੀ ਹੋ ਕੇ ਘਰ ਮੁੜ ਆਈ। ਮੇਰਾ ਪਤੀ ਵੀ ਸੌਂ ਗਿਆ ਤੇ ਮੈਂ ਕੁੜੀ ਨੂੰ ਪਾ ਕੇ ਸੋਚ ਰਹੀ ਸੀ ਕਿ ਇਹ ਸਭ ਕੁਝ ਮੈਂ ਆਪਣੇ ਪਤੀ ਨੂੰ ਕਿੱਦਾਂ ਦੱਸਾਂ। ਮੈਂ ਸਾਰੀ ਰਾਤ ਜਾਗ ਕੇ ਕੱਟੀ। ਹੁਣ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਮੈਂ ਸੁਮਨ ਦੀ ਹਕੀਕਤ ਬਾਰੇ ਕੁਝ ਨਹੀਂ ਦੱਸਣਾ। ਸਵੇਰ ਹੋਈ ਤਾਂ ਮੈਂ ਆਪਣੇ ਪਤੀ ਨੂੰ ਦੱਸਿਆ। ਮੈਂ ਸੁਮਨ ਕੇ ਘਰੇ ਗਈ ਸੀ। ਉਹ ਮੈਨੂੰ ਇਹ ਕਹਿ ਰਹੀ ਸੀ ਕਿ ਮੈਂ ਇੱਥੋਂ ਚਲੀ ਜਾਣਾ। ਜੇ ਮੈਂ ਇੱਥੇ ਰਹੀ ਤਾਂ ਤੂੰ ਸਾਰੀ ਜ਼ਿੰਦਗੀ ਮੇਰੀ ਅਹਿਸਾਨਮੰਦ ਰਹੇਂਗੀ। ਮੈਂ ਉਸ ਨੂੰ ਬਹੁਤ ਮਨਾ ਕੀਤਾ, ਪਰ ਮੇਰੇ ਬਹੁਤ ਕਹਿਣ 'ਤੇ ਵੀ ਉਹ ਸਾਰਾ ਸਮਾਨ ਲੈ ਕੇ ਚਲੀ ਗਈ। ਮੇਰਾ ਪਤੀ ਉਸ ਦੇ ਲਈ ਪਰੇਸ਼ਾਨ ਹੋ ਗਿਆ। ਇੱਦਾਂ ਹੀ ਦਿਨ ਬੀਤਦੇ ਗਏ ਤੇ ਅਸੀਂ ਉਸ ਕੁੜੀ ਦਾ ਨਾਮ ਮਨਵੀਰ ਰੱਖਿਆ।
ਮੈਂ ਬੱਚੀ ਨੂੰ ਸੰਭਾਲਣ ਲਈ ਇੱਕ ਨੌਕਰਾਣੀ ਰੱਖ ਲਈ। ਪਰ ਇੱਕ ਦਿਨ ਮੇਰੇ ਨਾਲ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਈ। 7 ਸਾਲ ਬਾਅਦ ਮੈਂ ਪ੍ਰੈਗਨੈਂਟ ਹੋ ਗਈ। ਘਰ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ। ਪਰ ਇੱਕ ਦਿਨ ਨੌਕਰਾਣੀ ਮੈਨੂੰ ਕਹਿੰਦੀ, ਦੀਦੀ ਤੁਸੀਂ ਦੂਜੀ ਵਾਰ ਪ੍ਰੈਗਨੈਂਟ ਹੋ ਗਏ, ਪਰ ਇਹ ਬੱਚਾ ਮਨਵੀਰ ਦੀ ਤਰ੍ਹਾਂ ਨਾ ਹੋਵੇ। ਮੈਂ ਹੈਰਾਨ ਹੋ ਕੇ ਬੋਲੀ, ਕੀ ਮਤਲਬ ਤੇਰਾ? ਕੀ ਹੋਇਆ ਮਨਵੀਰ ਨੂੰ? ਉਹ ਮੈਨੂੰ ਮਨਵੀਰ ਕੋਲ ਲੈ ਗਈ। ਮੈਨੂੰ ਇੱਕ ਬਹੁਤ ਵੱਡੀ ਹਕੀਕਤ ਦਾ ਪਤਾ ਚੱਲਿਆ। ਮੈਂ ਸਮਝ ਗਈ ਸੀ ਕਿ ਇਹ ਉਸ ਦੀ ਮਾਂ ਇਸ ਨੂੰ ਛੱਡ ਕੇ ਕਿਉਂ ਭੱਜ ਗਈ ਸੀ, ਕਿਉਂਕਿ ਮਨਵੀਰ ਇੱਕ ਕਿੰਨਰ ਸੀ। ਜਦੋਂ ਇਹ ਸੱਚਾਈ ਮੇਰੇ ਸਾਹਮਣੇ ਆਈ ਤਾਂ ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੈਂ ਉਸੇ ਟਾਈਮ ਨੌਕਰਾਣੀ ਦਾ ਮੂੰਹ ਬੰਦ ਕਰਵਾ ਦਿੱਤਾ। ਸਮਾਂ ਬੀਤਦਾ ਗਿਆ ਤੇ ਮੇਰੇ ਇੱਕ ਮੁੰਡਾ ਹੋਇਆ। ਜਦੋਂ ਮੈਂ ਤੁਰਨ ਫਿਰਨ ਜੋਗੀ ਹੋਈ ਤਾਂ ਉਸ ਨੌਕਰਾਣੀ ਨੂੰ ਕਾਫੀ ਸਾਰੇ ਪੈਸੇ ਦੇ ਕੇ ਉਸ ਦੇ ਘਰੇ ਤੋਰ ਦਿੱਤਾ ਤੇ ਕਿਹਾ ਕਿ ਤੂੰ ਮੂੰਹ ਬੰਦ ਹੀ ਰੱਖੀ। ਮੈਂ ਮਨਵੀਰ ਨੂੰ ਬਹੁਤ ਪਿਆਰ ਕਰਦੀ ਸੀ, ਸ਼ਾਇਦ ਆਪਣੇ ਮੁੰਡੇ ਤੋਂ ਵੀ ਜ਼ਿਆਦਾ, ਕਿਉਂਕਿ ਮਨਵੀਰ ਨੇ ਹੀ ਮੇਰੇ ਅੰਦਰ ਦੀ ਮਮਤਾ ਨੂੰ ਸ਼ਾਂਤ ਕੀਤਾ ਸੀ। ਮਨਵੀਰ ਹੀ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਈ ਸੀ। ਮੈਂ ਆਪਣੇ ਦੁੱਖਾਂ ਨੂੰ ਗੋਡੇ ਟੇਕ ਕੇ ਆਪਣੇ ਦੋਨੇ ਬੱਚਿਆਂ ਦੀ ਪਰਵਰਿਸ਼ ਕੀਤੀ। ਹੌਲੀ ਹੌਲੀ ਬੱਚੇ ਵੱਡੇ ਹੋ ਗਏ ਤੇ ਮਨਵੀਰ ਸੋਹਣੀ ਨਿਕਲਦੀ ਆਉਂਦੀ ਸੀ। ਪਰ ਮੈਂ ਮਨਵੀਰ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ, ਕਿਉਂਕਿ ਜਿਵੇਂ ਜਿਵੇਂ ਉਹ ਵੱਡੀ ਹੁੰਦੀ ਜਾ ਰਹੀ ਸੀ ਉਸ ਦੇ ਅੰਦਰ ਹੋਰ ਬਦਲਾਅ ਆ ਰਹੇ ਸੀ। ਉਸ ਨੇ 10ਵੀਂ ਪਾਸ ਕਰ ਲਈ ਤੇ ਉਹ ਆਪਣੇ ਬਾਰੇ ਸਭ ਕੁਝ ਜਾਣਨ ਤੇ ਸਮਝਣ ਲੱਗੀ। ਇੱਕ ਦਿਨ ਉਹ ਰੋਂਦੀ ਰੋਂਦੀ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ, ਤੁਸੀਂ ਚੰਗਾ ਨਹੀਂ ਕੀਤਾ। ਕਿਉਂ ਤੁਸੀਂ ਮੇਰੀ ਪਹਿਚਾਣ ਛੁਪਾਈ? ਮੈਨੂੰ ਆਪਣੀ ਪਹਿਚਾਣ ਛੁਪਾਉਣ ਦੀ ਕੋਈ ਲੋੜ ਨਹੀਂ। ਰੱਬ ਨੇ ਮੈਨੂੰ ਜਿੱਦਾਂ ਦਾ ਬਣਾਇਆ, ਹੁਣ ਮੈਨੂੰ ਉਹੀ ਪਹਿਚਾਣ ਦੇ ਨਾਲ ਜੀਣਾ ਪੈਣਾ। ਮਨਵੀਰ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖ ਕੇ ਮੈਂ ਤੜਫ ਰਹੀ ਸੀ। ਉਸ ਨੂੰ ਮੈਂ ਆਪਣੇ ਸੀਨੇ ਨਾਲ ਲਾ ਲਿਆ। ਇੱਕ ਦਿਨ ਮੇਰਾ ਪਤੀ ਬਹੁਤ ਗੁੱਸੇ ਵਿੱਚ ਆਇਆ ਤੇ ਉਸ ਨੇ ਮਨਵੀਰ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਬੜੀ ਮੁਸ਼ਕਲ ਨਾਲ ਮਨਵੀਰ ਨੂੰ ਬਚਾ ਲਿਆ ਤੇ ਮੈਂ ਆਪਣੇ ਪਤੀ ਤੋਂ ਮਨਵੀਰ ਨੂੰ ਮਾਰਨ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਦੱਸਿਆ ਕਿ ਮੈਨੂੰ ਉਸ ਨੌਕਰਾਣੀ ਨੇ ਦੱਸਿਆ ਕਿ ਮਨਵੀਰ ਇੱਕ ਕਿੰਨਰ ਆ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਮੈਂ ਕਿਹਾ, ਹਾਂ ਮਨਵੀਰ ਕਿੰਨਰ ਆ। ਤਾਂ ਮੇਰੇ ਪਤੀ ਨੇ ਕਿਹਾ, ਤੂੰ ਮੇਰੇ ਤੋਂ ਇਹ ਗੱਲ ਕਿਉਂ ਲੁਕੋ ਕੇ ਰੱਖੀ? ਇੰਨੇ ਨੂੰ ਮਨਵੀਰ ਬੋਲ ਪਈ, ਕਿਹਾ, ਹਾਂ ਪਾਪਾ ਮੈਂ ਇੱਕ ਕਿੰਨਰ ਆ ਤੇ ਮੈਨੂੰ ਰੱਬ ਨੇ ਐਦਾਂ ਦਾ ਹੀ ਬਣਾਇਆ। ਸਾਡੇ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ। ਸਾਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ, ਪਰ ਅਸੀਂ ਕਿਸੇ ਦੀ ਪਰਵਾਹ ਨਾ ਕੀਤੀ। ਫਿਰ ਕਿਤੇ ਕਿੰਨਰ ਸਮਾਜ ਵਾਲੇ ਲੋਕ ਸਾਡੇ ਘਰ ਆ ਗਏ। ਉਸ ਨੂੰ ਲੈ ਕੇ ਜਾਣਾ ਚਾਹੁੰਦੇ ਸੀ, ਪਰ ਅਸੀਂ ਮਨਾ ਕਰ ਦਿੱਤਾ, ਕਿਉਂਕਿ ਅਸੀਂ ਆਪਣੀ ਬੱਚੀ ਨੂੰ ਪੜ੍ਹਾ ਲਿਖਾ ਕੇ ਵਧੀਆ ਅਹੁਦੇ 'ਤੇ ਲਾਉਣਾ ਚਾਹੁੰਦੇ ਸੀ। ਹੌਲੀ ਹੌਲੀ ਮਨਵੀਰ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਗਈ ਤੇ ਅੱਜ ਉਹ ਇੱਕ ਡਾਕਟਰ ਆ। ਜਿਹੜੇ ਵੀ ਮਰੀਜ਼ ਨੂੰ ਹੱਥ ਲਾਉਂਦੀ ਆ, ਉਹ ਹੱਸਦਾ ਖੇਡਦਾ ਆਪਣੇ ਘਰ ਵਾਪਸ ਚਲਿਆ ਜਾਂਦਾ। ਸਾਨੂੰ ਆਪਣੀ ਧੀ ਤੇ ਮਾਣ ਆ। ਜਿਹੜੇ ਲੋਕ ਮਨਵੀਰ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ, ਉਹਨਾਂ ਦੇ ਮੂੰਹ ਬੰਦ ਹੋ ਚੁੱਕੇ ਸੀ। ਦੂਰ ਦੂਰ ਤੱਕ ਮੇਰੀ ਮਨਵੀਰ ਦਾ ਨਾਮ ਸੀ। ਜਦੋਂ ਵੀ ਮੈਂ ਮਨਵੀਰ ਨੂੰ ਦੇਖਦੀ ਆ ਤਾਂ ਮੇਰਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।